ਭਗਵੰਤ ਮਾਨ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਮਕਸਦ ਦੇ ਵਿੱਚ ਕਿੰਨੇ ਸਫਲ ਰਹਿਣਗੇ ਗੱਲਬਾਤ ਇਸ ਤੇ ਵੀ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਵੱਡੇ ਵਾਅਦਿਆਂ ਦੀ। ਕੀ ਭਗਵੰਤ ਮਾਨ ਦੇ ਵਾਅਦੇ ਇਸ ਵਾਰ ਵਫਾ ਹੋਣਗੇ? ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਉਧਰ ਪਟਵਾਰੀਆਂ ਦੀ ਹੜਤਾਲ ਨੂੰ ਬੇਅਸਰ ਕਰਨ ਦੇ ਲਈ ਸਰਕਾਰ ਦੇ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਦੇ ਵਿੱਚ ਕੀ ਕੁਝ ਹੈ ਤੇ ਇਸ ਦੇ ਨਾਲ ਕੀ ਹੜਤਾਲ ਨੂੰ ਬੇਅਸਰ ਕੀਤਾ ਜਾ ਸਕਦਾ, ਕਿੰਨਾ ਅਸਰ ਹੜਤਾਲ ਦੇ ਉੱਪਰ ਇਸ ਨੋਟੀਫਿਕੇਸ਼ਨ ਦਾ ਪੈਣ ਵਾਲਾ ਹੈ, ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਬੀਜੇਪੀ ਦੀ ਇੱਕ ਨਵੀਂ ਰਣਨੀਤੀ ਦੀ, ਕਿਉਂਕਿ ਬੀਜੇਪੀ ਦੇ ਵੱਲੋਂ ਵਿਰੋਧੀ ਦਲਾਂ ਦੇ ਗਠਜੋੜ ਨੂੰ ਤਾਰ ਪੀਡੋ ਕਰਨ ਦੇ ਲਈ ਇੱਕ ਰਣਨੀਤੀ ਉਲੀਕ ਦਿੱਤੀ ਗਈ ਹੈ। ਇਹ ਰਣਨੀਤੀ ਕਿੰਨੀ ਕੁ ਕਾਰਗਰ ਸਾਬਤ ਹੋਏਗੀ? ਕਿ ਇਸ ਰਣਨੀਤੀ ਦੇ ਤਹਿਤ ਬੀਜੇਪੀ ਸੱਚਮੁੱਚ ਵਿਰੋਧੀ ਦਲਾਂ ਦੇ ਇਸ ਗਠਜੋੜ ਦੇ ਵਿੱਚ ਦਰਾੜ ਪਾ ਸਕੇਗੀ? ਗੱਲਬਾਤ ਵਿਸਥਾਰ ਦੇ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਸਰ, ਪਟਵਾਰੀ ਅਤੇ ਪੰਜਾਬ ਸਰਕਾਰ ਆਮੋ ਸਾਹਮਣੇ, ਕੋਈ ਵੀ ਝੁਕਣ ਦੇ ਮੂਡ ਦੇ ਵਿੱਚ ਨਹੀਂ। ਭਾਵੇਂ ਗੱਲ ਪਟਵਾਰੀਆਂ ਦੀ ਕਰੀਏ, ਉਹ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ, ਤੇ ਦੂਸਰੇ ਪਾਸੇ ਸਰਕਾਰ ਵੀ ਹੜਤਾਲੀ ਪਟਵਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਮੂਡ ਵਿੱਚ ਨਹੀਂ ਦਿਖਾਈ ਦੇ ਰਹੀ। ਸੋ ਕੱਲ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦਾ ਜਾਂ ਫਿਰ ਸੀਐਮ ਮਾਨ ਸਾਹਿਬ ਦਾ ਕਹੀਏ, ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਉਹਨਾਂ ਦੇ ਵੱਲੋਂ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਏ ਗਏ ਨੇ। ਨਿਸ਼ਾਨੇ ਲਗਾਏ ਕਿਸ ਤਰ੍ਹਾਂ ਗਏ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਸਮਝਾ ਦਿਓ, ਤੇ ਨਾਲ ਹੀ ਨਾਲ ਕੁਝ ਵੱਡੇ ਵਾਅਦੇ ਕੱਲ ਪਟਵਾਰੀਆਂ ਦੇ ਨਾਲ ਕੀਤੇ ਗਏ ਨੇ। ਕੀ ਇਹ ਵਾਅਦੇ ਵਫਾ ਹੋਣਗੇ? ਕਿਵੇਂ ਦੇਖ ਰਹੇ ਹੋ ਇਸ ਇੱਕ ਤੀਰ ਨਾਲ ਲੱਗੇ ਦੋ ਨਿਸ਼ਾਨਿਆਂ ਨੂੰ, ਤੇ ਕਿਵੇਂ ਦੇਖ ਰਹੇ ਹੋ ਉਹਨਾਂ ਵਾਅਦਿਆਂ ਨੂੰ ਜਿਹੜੇ ਕੱਲ ਸੀਐਮ ਮਾਨ ਸਾਹਿਬ ਦੇ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਪਟਵਾਰੀਆਂ ਦੇ ਨਾਲ ਕੀਤੇ ਗਏ ਨੇ? ਮਾਨ ਸਾਹਿਬ, ਜਿਹੜਾ ਇਸ ਵੇਲੇ ਪਟਵਾਰੀਆਂ ਦੀ ਜਿਹੜੀ ਹੜਤਾਲ ਚੱਲ ਰਹੀ ਹੈ ਪਟਵਾਰ ਯੂਨੀਅਨ ਵੱਲੋਂ, ਪਹਿਲਾਂ ਤਾਂ ਇਹਦੇ ਸੰਬੰਧੀ ਗੱਲ ਕਰਦੀ ਹੈ ਕਿ ਇਹ ਕੋਈ ਨਵੀਂ ਹੜਤਾਲ ਪਹਿਲੀ ਵਾਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਨਹੀਂ ਹੋਈ। ਪਟਵਾਰ ਯੂਨੀਅਨ ਵੱਲੋਂ ਸਮੇਂ-ਸਮੇਂ ਦੇ ਹਰ ਸਰਕਾਰਾਂ ਦੇ ਵਿੱਚ ਇਹੋ ਜਿਹੀਆਂ ਹੜਤਾਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ। ਹਾਂ, ਇਹ ਗੱਲ ਵੱਖਰੀ ਹੈ ਕਿ ਸਰਕਾਰਾਂ ਦਾ ਇਹਨਾਂ ਪਟਵਾਰੀਆਂ ਦੇ ਪ੍ਰਤੀ ਰੁਖ ਕਿਹੋ ਜਿਹਾ ਨਰਮ ਰਿਹਾ ਜਾਂ ਸਖਤ ਰਿਹਾ, ਇਹ ਗੱਲ ਹੋਰ ਆ। ਕਿਉਂਕਿ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕਰੀਏ, ਉਦੋਂ ਤੱਕ ਸਾਰੇ ਜੋ ਕੋਈ ਜਾਣਦੇ ਆ ਕਿ ਕਿਸ ਤਰੀਕੇ ਨਾਲ ਪਟਵਾਰੀਆਂ ਨੇ ਹੜਤਾਲ ਕੀਤੀ ਤੇ ਫਿਰ ਕੈਰੋਂ ਸਾਹਿਬ ਕਿਸ ਤਰੀਕੇ ਨਾਲ ਸਖਤ ਹੋਏ। ਫਿਰ ਮੈਨੂੰ ਉਹ ਵੀ ਯਾਦ ਹੁੰਦਾ 1997 ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਬਣਦੀ ਹੈ ਤਾਂ ਮਾਲ ਮੰਤਰੀ ਸਰਦਾਰ ਸੇਵਾ ਸਿੰਘ ਸੇਖਵਾਂ ਸੀ। ਉਦੋਂ ਵੀ ਪਟਵਾਰੀਆਂ ਦੀ ਹੜਤਾਲ ਹੋਈ, ਤਾਂ ਹੜਤਾਲ ਚਲੋ ਕੁਝ ਸਮਾਂ ਚੱਲੀ, ਪਰ ਸੇਖਵਾਂ ਸਾਹਿਬ ਨੇ ਮਰਹੂਮ ਸੇਖਵਾਂ ਸਾਹਿਬ ਨੇ ਉਹ ਹੜਤਾਲ ਨੂੰ ਕਿਸ ਤਰੀਕੇ ਨਾਲ ਤੋੜਿਆ ਜਾਂ ਕਿਸ ਤਰੀਕੇ ਨਾਲ ਕੀਤਾ, ਇਹ ਲੋਕ ਜਾਣਦੇ ਆ। ਉਸ ਤੋਂ ਬਾਅਦ ਫਿਰ ਅਕਾਲੀ ਭਾਜਪਾ ਸਰਕਾਰ ਫਿਰ ਆਉਂਦੀ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਆਉਂਦੀਆਂ ਨੇ। ਪਟਵਾਰੀਆਂ ਨੇ ਜੇ ਹੜਤਾਲਾਂ ਚੱਲਦੀਆਂ ਰਹੀਆਂ, ਪਰ ਜਿਸ ਤਰੀਕੇ ਨਾਲ ਹੁਣ ਸਰਕਾਰ ਜਿਹੜੀ ਖਾਸ ਤੌਰ ਤੇ ਪਟਵਾਰ ਯੂਨੀਅਨ ਦੇ ਹੜਤਾਲ ਦੇ ਸੱਦੇ ਤੇ ਸਖਤ ਹੋਈ ਆ, ਐਸਮਾ ਲਗਾ ਦਿੱਤਾ ਗਿਆ। ਪਟਵਾਰੀਆਂ ਨੂੰ ਇੱਕ ਸਖਤ ਸੰਦੇਸ਼ ਦੇ ਦਿੱਤਾ ਗਿਆ ਕਿ ਹਾਂ ਵੀ ਜੇ ਤੁਸੀਂ ਹੜਤਾਲ ਕਰੋਗੇ, ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਸੀ ਕਿ ਹਰ ਮਹੀਨੇ ਤੁਸੀਂ ਨੋਟਿਸ ਦੇ ਦਿੰਦੇ ਜੇ, ਇਹਦੇ ਨਾਲ ਕੰਮਕਾਜ ਪ੍ਰਭਾਵਿਤ ਹੁੰਦਾ, ਆਮ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਆ। ਤੇ ਮਾਨ ਸਾਹਿਬ, ਇਹਦੇ 'ਚ ਕੋਈ ਦੋ ਰਾਵਾਂ ਵੀ ਨਹੀਂ ਹਨ, ਕਿਉਂਕਿ ਜਦੋਂ ਬੰਦੇ ਨੇ ਕਿਸੇ ਨੇ ਕੰਮ ਕਰਾਉਣਾ ਹੋਵੇ ਤਾਂ ਜਦੋਂ ਤੁਸੀਂ ਤਹਿਸੀਲੇ ਜਾਓ ਤਾਂ ਉੱਥੇ ਪਟਵਾਰੀ ਇੰਨੀ ਗੱਲ ਕਹਦੇ ਅਸੀਂ ਹੜਤਾਲ ਤੇ ਆ, ਤਾਂ ਫਿਰ ਉਸ ਬੰਦੇ ਨੂੰ ਪੁੱਛੋ ਜਿਨ੍ਹਾਂ ਦੇ ਕੰਮ ਉੱਥੇ ਅੜਦੇ ਆ ਕੀ ਹਾਲ ਹੁੰਦਾ। ਬਾਕੀ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਬੰਦੇ ਨੂੰ ਹੜਤਾਲ ਕਰਨ ਦਾ ਹੱਕ ਹੈਗਾ, ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਵੇ, ਇਹ ਹਰ ਵਿਅਕਤੀ ਦਾ ਹੱਕ ਹੈਗਾ। ਪਰ ਹਾਂ, ਤੁਸੀਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣੀ ਆ, ਪਰ ਤੁਹਾਡੇ ਕਰਕੇ ਲੋਕ ਖੱਜਲ ਖੁਆਰ ਨਾ ਹੋਣ, ਇਸ ਗੱਲ ਨੂੰ ਵੀ ਯਕੀਨੀ ਜਿਹੜਾ ਉਹ ਬਣਾ ਲੈਣਾ ਚਾਹੀਦਾ। ਉਹ ਕੋਈ ਵੀ ਵਿਅਕਤੀ ਹੋਵੇ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋਵੋ, ਚਾਹੇ ਕੋਈ ਅਧਿਆਪਕ ਹੋਵੇ, ਚਾਹੇ ਕੋਈ ਪਟਵਾਰੀ ਹੋਵੇ, ਕੋਈ ਵੀ ਹੋਵੇ, ਕਿਉਂਕਿ ਅਸੀਂ ਲੋਕਾਂ ਨੂੰ ਜਵਾਬਦੇਹ ਹਾਂ ਜਿਹੜੀ ਅਸੀਂ ਸਰਕਾਰੀ ਡਿਊਟੀ ਕਰਦੇ ਹਾਂ। ਹੁਣ ਇਸ ਸੰਦਰਭ ਦੇ ਵਿੱਚ ਪਟਵਾਰੀ ਆਪਣੀ ਹੜਤਾਲ ਨੂੰ ਲੈ ਕੇ, ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਿਹੜੀ ਉਹ ਕਰ ਰਹੇ ਸਨ, ਜਿਹਦੇ ਵਿੱਚ ਜਿਹੜੇ ਵਾਧੂ ਸਰਕਲ ਜਿਹੜੇ ਉਹਨਾਂ ਨੂੰ ਦਿੱਤੇ ਆ, ਉਹਨਾਂ ਸਰਕਲਾਂ ਤੇ ਨਵੀਂ ਭਰਤੀ ਦੀ ਗੱਲ ਜਿਹੜੀ ਕਹੀ ਉਹਨਾਂ ਨੇ ਕਹੀ। ਦੂਸਰੇ ਪਾਸੇ ਉਹਨਾਂ ਨੇ ਆਪਣਾ ਜਿਹੜਾ ਅਜਮਾਇਸ਼ੀ ਪੀਰੀਅਡ ਸੀ, ਪ੍ਰੋਬੇਸ਼ਨ ਪੀਰੀਅਡ, ਉਸ ਨੂੰ ਘਟਾਉਣ ਦੀ ਗੱਲ ਕਹੀ। ਤੀਸਰੇ ਨਾਲ ਹੀ ਨਾਲ ਉਹਨਾਂ ਨੇ ਜਿਹੜਾ ਪ੍ਰੋਬੇਸ਼ਨ ਦੇ ਦੌਰਾਨ ਜਿਹੜਾ ਉਹਨਾਂ ਨੂੰ ਭੱਤਾ ਮਿਲਦਾ ਆ, ਉਸ ਨੂੰ ਵਧਾਉਣ ਦੀ ਜਿਹੜੀ ਆ ਉਹ ਮੰਗਾਂ ਸੀ। ਇਹ ਜਿਹੜੀਆਂ ਬੜੀਆਂ ਮੁੱਖ ਮੰਗਾਂ ਨੂੰ ਲੈ ਕੇ ਪਟਵਾਰ ਯੂਨੀਅਨ ਜਿਹੜੀ ਹੜਤਾਲ ਤੇ ਸੀ। ਤੇ ਨਾਲ ਹੀ ਨਾਲ ਇਹ ਵੀ ਪਤਾ ਲੱਗਾ ਕਿ ਇੱਕ ਪਟਵਾਰੀ ਜਿਹਨੇ 55 ਏਕੜ ਪੈਲੀ ਬਣਾਈ ਆ, ਉਹਦੇ ਸੰਬੰਧ ਦੇ ਵਿੱਚ ਵੀ ਪਟਵਾਰ ਯੂਨੀਅਨ ਕਹਿੰਦੇ ਕਿ ਸਾਡੇ ਵਿਅਕਤੀ ਨਾਲ ਧੱਕਾ ਹੋਇਆ। ਜਦੋਂ ਕਿ ਜਿਹੜੇ ਸੂਤਰਾਂ ਤੋਂ ਸਾਨੂੰ ਜੋ ਮੈਨੂੰ
ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਹਦੇ ਅਨੁਸਾਰ ਇਹ ਵੀ ਪਤਾ ਲੱਗਾ ਕਿ ਜਿਹੜਾ ਪਟਵਾਰੀ ਜਿਹਦੇ ਖਿਲਾਫ ਕਾਰਵਾਈ ਹੋ ਰਹੀ ਆ ਉਹ ਪਟਵਾਰ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਨੇ ਹੜਤਾਲ ਕੀਤੀ ਉਹਨਾਂ ਦਾ ਬੜਾ ਉਹ ਕਲੋਜ਼ ਆ, ਖਾਸਮ ਖਾਸ, ਅਤੇ ਇੱਕ ਵਾਰੀ ਪਹਿਲਾਂ ਵੀ ਇਸ ਮੁੱਦੇ ਤੇ ਉਹਨਾਂ ਵੱਲੋਂ ਹੜਤਾਲ ਕਰਵਾਈ ਗਈ। ਜੋ ਅਪੁਸ਼ਟ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਆ, ਆਪਾਂ ਇਸ ਗੱਲ ਦੀ ਤਸਦੀਕ ਨਹੀਂ ਕਰਦੇ, ਇਹ ਗੱਲ ਆਪਾਂ ਪਹਿਲਾਂ ਹੀ ਕਹਿ ਦਈਏ, ਪਰ ਜਾਣਕਾਰੀ ਜਿਹੜੀ ਮਿਲੀ ਆ ਕੋਈ ਉਹਨਾਂ ਦਾ ਆਪਸੀ ਕਾਫੀ ਸਾਂਝ ਆ, ਉਹ ਸਾਂਝ ਦੇ ਕਰਕੇ ਹੀ ਸਮੁੱਚੀ ਪਟਵਾਰ ਯੂਨੀਅਨ ਜਿਹੜੀ ਇਸ ਵੇਲੇ ਹੜਤਾਲ ਤੇ ਚੱਲਦੀ ਪਈ ਆ। ਤੇ ਇਹ ਵੀ ਪਤਾ ਲੱਗਾ ਪਟਵਾਰ ਯੂਨੀਅਨ ਦੇ ਕੁਝ ਮੈਂਬਰ ਜਿਹੜੇ ਨੇ ਇਸ ਹੜਤਾਲ ਤੋਂ ਔਖੇ ਵੀ ਆ ਕਿ ਇਹ ਨਹੀਂ ਸੀ ਹੋਣੀ ਚਾਹੀਦੀ, ਕੇਵਲ ਇੱਕ ਵਿਅਕਤੀ ਨੂੰ ਆਧਾਰ ਬਣਾ ਕੇ ਜਿਸ ਤਰੀਕੇ ਨਾਲ ਉਹ ਆਪਣੀ ਪ੍ਰਧਾਨ ਹੋਣੀ ਜਾਰੀ ਪਾਲਦੇ ਪਏ ਨੇ। ਇਹ ਜਾਣਕਾਰੀ ਸਾਡੇ ਕੋਲ ਸੂਤਰਾਂ ਤੋਂ ਅਨੁਸਾਰ ਪਹੁੰਚੀ, ਇਹਨਾਂ ਗੱਲਾਂ ਦੀ ਤਸਦੀਕ ਨਹੀਂ ਕਰਦੇ, ਪਰ ਇਹ ਜਾਣਕਾਰੀ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਬਣਦੀ ਹੈਗੀ ਕਿ ਪਟਵਾਰ ਯੂਨੀਅਨ ਦੇ ਵਿੱਚ ਵੀ ਇਸ ਵੇਲੇ ਇਸ ਹੜਤਾਲ ਨੂੰ ਲੈ ਕੇ ਅਸੀਂ ਕਹਿ ਸਕਦੇ ਕਿ ਛੱਛੋ ਪੰਜ ਦੀ ਜਿਹੜੀ ਸਥਿਤੀ ਆ ਉਹ ਬਣ ਚੁੱਕੀ ਹੈ। ਖੈਰ, ਤੁਹਾਡਾ ਪ੍ਰਸ਼ਨ ਜਿਹੜਾ ਸੀ ਉਹ ਇਹਦੇ ਨਾਲ ਸੀ। ਭਗਵੰਤ ਮਾਨ ਹੋਣਾ ਦਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ, ਕੱਲ ਉਹਨਾਂ ਵੱਲੋਂ 710 ਪਟਵਾਰੀਆਂ ਨੂੰ ਨਵੇਂ ਨਿਯੁਕਤੀ ਪੱਤਰ ਦੇ ਦਿੱਤੇ ਗਏ, ਨਾਲ ਹੀ ਨਾਲ 586 ਨਵੀਆਂ ਅਸਾਮੀਆਂ ਦੀ ਗੱਲ ਜਿਹੜੀ ਆ ਉਹ ਵੀ ਉਹਨਾਂ ਨੇ ਕਰ ਦਿੱਤੀ ਕਿ ਨਵੀਆਂ ਅਸਾਮੀਆਂ ਕੱਢੀਆਂ ਜਾਣਗੀਆਂ ਤੇ ਜਲਦੀ ਭਰਤੀ ਜਿਹੜੀ ਕੀਤੀ ਜਾਵੇਗੀ। ਨਾਲ ਹੀ ਨਾਲ ਜਿਹੜਾ 5000 ਦਾ ਜਿਹੜਾ ਪੱਤਾ ਉਹਨਾਂ ਨੂੰ ਅਜਮਾਇਸ਼ੀ ਪੀਰੀਅਡ ਦੌਰਾਨ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਪਟਵਾਰੀਆਂ ਨੂੰ, ਉਹ 5000 ਤੋਂ ਵਧਾ ਕੇ, ਜੇ ਮੈਂ ਗਲਤ ਨਾ ਹੋਵਾਂ ਤਾਂ 15000 ਚ 16000 ਕਰ ਦਿੱਤਾ ਗਿਆ, ਜਿਹੜਾ 18000 ਰੁਪਏ ਕਰ ਦਿੱਤਾ ਗਿਆ ਸਰ। ਹਾਂ, ਮਾਫ ਕਰਨਾ, 18000 ਰੁਪਇਆ ਉਹ ਕਰ ਦਿੱਤਾ ਗਿਆ। ਜੀ। ਹੁਣ ਇਹਨਾਂ ਮੰਗਾਂ ਨੂੰ ਹੀ ਲੈ ਕੇ ਜਿਹੜੇ ਪਟਵਾਰ ਯੂਨੀਅਨ, ਪਟਵਾਰੀ ਵਾਲੀ ਤਾਂ ਗੱਲ ਵੱਖਰੀ ਹੈ, ਇਹਨਾਂ ਮੰਗਾਂ ਨੂੰ ਲੈ ਕੇ ਹੀ ਪਟਵਾਰ ਯੂਨੀਅਨ ਜਿਹੜੀ ਹੜਤਾਲ ਤੇ ਸੀ। ਹੁਣ ਮੁੱਖ ਮੰਤਰੀ ਸਾਹਿਬ ਨੇ ਜੋ ਸੰਦੇਸ਼ ਦਿੱਤਾ, ਇੱਕ ਪਾਸੇ ਤਾਂ ਉਹਨਾਂ ਨੇ ਨਵੇਂ ਪਟਵਾਰੀ ਵੀ ਜਿਹੜੇ ਸੱਦ ਲਏ, ਨਵੀਂ ਭਰਤੀ ਦੇ ਸੰਬੰਧ ਵੀ ਦੇ ਦਿੱਤਾ, ਪਰ ਨਾਲ ਹੀ ਨਾਲ ਇਹ ਜਿਹੜੀ ਯੂਨੀਅਨ ਜਿਹੜੀ ਹੜਤਾਲ ਤੇ ਗਈ ਹੈ ਇਹਨਾਂ ਨੂੰ ਕਿਸੇ ਵੀ ਮੁੱਦੇ ਤੇ ਗੱਲਬਾਤ ਲੈਣ ਨਹੀਂ ਸੱਦਿਆ, ਬਲਕਿ ਇਹਨਾਂ ਨੂੰ ਕਹਿਤਾ ਠੀਕ ਹੈ ਤੁਸੀਂ ਆਪਣਾ ਕੰਮ ਜਿਹੜਾ ਕਰਨਾ ਕਰੀ ਚਲੋ, ਅਸੀਂ ਨਵੇਂ ਬੰਦੇ ਜਿਹੜੇ ਉਤਾਰਦੇ। ਹੁਣ ਇਹ ਜਿਹੜੇ ਵਾਅਦੇ ਨੇ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਵਾਅਦੇ ਵਫਾ ਹੋਣਗੇ, 2022 ਚ ਵੀ ਕੀਤੇ ਸਨ, ਇਸ ਵੇਲੇ ਚਲੋ ਪਟਵਾਰ ਯੂਨੀਅਨ ਦੇ ਦਬਾਅ ਜਾਂ ਉਹਨਾਂ ਦੀ ਹੜਤਾਲ ਕਰਕੇ ਹੀ ਸਰਕਾਰ ਨੇ ਇਹ ਕਦਮ ਉਠਾਇਆ। 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ, 586 ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਆਰਡਰ ਵੀ ਦੇ ਦਿੱਤੇ ਗਏ ਨੇ। ਤਾਂ ਇਹ ਗੱਲ ਅਸੀਂ ਕਹਿ ਸਕਦੇ ਕਿ ਮਾਨ ਸਰਕਾਰ ਇਸ ਮੁੱਦੇ ਤੇ ਉੱਤੇ ਇੱਕ ਤੀਰ ਨਾਲ ਦੋ ਨਿਸ਼ਾਨੇ ਉਹਨਾਂ ਨੇ ਕੀਤੇ ਆ। ਇੱਕ ਪਾਸੇ ਦਾ ਪਟਵਾਰ ਯੂਨੀਅਨ ਨੂੰ ਇਹ ਗੱਲ ਦਾ ਅਹਿਸਾਸ ਕਰਾਤਾ ਕਿ ਹਾਂ ਵੀ ਤੁਹਾਨੂੰ ਬਿਨਾਂ ਵੀ ਅਸੀਂ ਕੰਮ ਜਿਹੜਾ ਚਲਾ ਸਕਦੇ ਹਾਂ, ਤੇ ਨਾਲ ਹੀ ਨਾਲ ਉਹਨਾਂ ਦੀਆਂ ਇਹ ਮੰਗਾਂ ਜਿਹੜੀਆਂ ਟੇਢੇ ਤਰੀਕੇ ਨਾਲ ਮੰਗ ਵੀ ਲਈਆਂ ਗਈਆਂ। ਹੁਣ ਇਹ ਵੇਖਣਾ ਹੋਊਗਾ ਕਿ ਯੂਨੀਅਨ ਇਸ ਮੁੱਦੇ ਤੇ ਹੁਣ ਕੀ ਸਟੈਂਡ ਲੈਂਦੀ ਆ, ਕੀ ਹੜਤਾਲ ਤੇ ਗਏ, ਹਾਲਾਂਕਿ ਉਹਨਾਂ ਨੇ ਹੜਤਾਲ ਕਹਿੰਦੇ ਉਹ ਨਹੀਂ ਕੀਤੀ, ਇਹ ਗੱਲ ਕਹੀ ਜਾਂਦੇ, ਪਰ ਹੜਤਾਲ ਤੇ ਗਏ ਨੇ। ਤਾਂ ਹੁਣ ਇਸ ਸਥਿਤੀ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਯੂਨੀਅਨ ਵਾਪਸ ਆਉਂਦੀ ਆ ਜਾਂ ਨਹੀਂ ਆਉਂਦੀ, ਤੇ ਜਾਂ ਫਿਰ ਭਗਵੰਤ ਮਾਨ ਹੋਣੀ ਅਗਲੇ ਦਿਨਾਂ 'ਚ ਕੋਈ ਸਖਤ ਐਕਸ਼ਨ ਜਿਹੜਾ ਇਹਨਾਂ ਪਟਵਾਰੀਆਂ ਦੇ ਖਿਲਾਫ ਲੈਂਦੇ ਹੋਏ ਨਜ਼ਰ ਆਉਣਗੇ। ਪਰ ਜਿਸ ਤਰੀਕੇ ਨਾਲ ਉਹਨਾਂ ਨੇ 710 ਪਟਵਾਰੀ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਆ, ਫੀਲਡ 'ਚ ਉਤਾਰ ਦਿੱਤਾ ਗਿਆ, ਨਾਲ ਹੀ ਨਾਲ ਜਿਹੜੀਆਂ 586 ਨਵੀਆਂ ਪੋਸਟਾਂ ਕੱਢਣ ਦਾ ਸੰਕੇਤ ਕਿਉਂ ਐਲਾਨ ਜਿਹੜਾ ਕਰ ਦਿੱਤਾ ਗਿਆ, ਤਾਂ ਫਿਰ ਮਾਨ ਸਾਹਿਬ ਇੱਕ ਸਿੱਧੀ ਗੱਲ ਆ ਕਿ ਜਿਹੜੇ ਹੜਤਾਲ ਤੇ ਗਏ ਯੂਨੀਅਨ ਜਿਹੜੀ ਪਟਵਾਰ ਹੈ, ਇਹ ਲੜਾਈ ਅਜੇ ਲੰਮੀ ਚੱਲੇਗੀ, ਏਡੀ ਜਲਦੀ ਇਹ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਸਰਕਾਰ ਹੁਣ ਇਹ ਪ੍ਰਭਾਵ ਬਿਲਕੁਲ ਨਹੀਂ ਦੇਣਾ ਚਾਹੁੰਦੀ ਕਿ ਸਰਕਾਰ ਨੂੰ ਯੂ ਟਰਨ ਲੈਣਾ ਪੈਂਦਾ। ਜਦੋਂ ਵੀ ਉਹ ਹੜਤਾਲ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਕਰਦੇ ਤਾਂ ਉਸੇ ਵਕਤ ਜਿਹੜਾ ਨੋਟਿਸ ਆ ਜਾਂਦਾ, ਹੜਤਾਲੀਆਂ ਕਰਮਚਾਰੀ ਕਿਸੇ ਹੜਤਾਲ ਤੇ ਜਾ ਰਹੇ ਆ। ਸਰਕਾਰ ਹੁਣ ਅਜਿਹਾ ਪ੍ਰਭਾਵ ਨਹੀਂ ਦੇਣਾ ਚਾਹੁੰਦੀ, ਸ਼ਾਇਦ ਇਸੇ ਹੀ ਕਾਰਨ ਸਖਤੀ ਦੇ ਰੌਂ ਦੇ ਵਿੱਚ ਹੈਗੀ ਆ। ਪਰ ਨਾਲ ਹੀ ਨਾਲ ਅਸੀਂ ਇਹ ਵੀ ਗੱਲ ਕਰ ਲਈ ਕਿ ਪਟਵਾਰੀਆਂ ਦੀ ਹੜਤਾਲ ਤਾਂ ਚਲੋ ਚੱਲ ਰਹੀ ਹੈ, ਜਿਸ ਤਰੀਕੇ ਨਾਲ ਹੁਣ 11 ਤੋਂ ਲੈ ਕੇ 3 ਦਿਨ ਦੀ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਵੀ ਕਰਮਚੋੜ ਹੜਤਾਲ ਦਾ ਜਿਹੜਾ ਸੱਦਾ ਜਿਹੜਾ ਦਿੱਤਾ ਹੋਇਆ, ਉਹਦੇ ਸੰਬੰਧੀ ਵੀ ਨਜ਼ਰਾਂ ਜਿਹੜੀਆਂ ਜ਼ਰੂਰ ਟਿਕੀਆਂ ਰਹਿਣਗੀਆਂ ਕਿ ਉਸ ਮੁੱਦੇ ਤੇ ਸਰਕਾਰ ਦਾ ਕੀ ਰਵੱਈਆ ਹੈਗਾ, ਕਿ ਸਰਕਾਰ ਕੋਈ ਉਹਨਾਂ ਨਾਲ ਗੱਲਬਾਤ ਕਰ ਰਹੀ ਆ, ਤੇ ਜਾਂ ਫਿਰ ਸਰਕਾਰ ਉਹਨਾਂ ਨੂੰ ਵੀ ਸਖਤੀ ਦੇ ਨਾਲ ਟੱਕਰਨ ਦੇ ਮੂਡ ਦੇ ਵਿੱਚ ਹੈਗੀ ਆ। ਇਹਦੇ ਉੱਤੇ ਵੀ ਨਜ਼ਰਾਂ ਮਾਨ ਸਾਹਿਬ ਜਿਹੜੀਆਂ ਜ਼ਰੂਰ ਟਿਕੀਆਂ ਰਹਿਣਗੇ, ਤੇ ਸਥਿਤੀ ਆਉਂਦੇ ਦਿਨਾਂ 'ਚ ਜਿਹੜੀ ਸਾਫ਼ ਜਿਹੜੀ ਜ਼ਰੂਰ ਹੋਏਗੀ ਕਿ ਸਰਕਾਰ ਮੁਲਾਜ਼ਮ ਅੱਗੇ ਝੁਕੇਗੀ ਜਾਂ ਮੁਲਾਜ਼ਮ ਸਰਕਾਰ ਅੱਗੇ ਝੁਕਣਗੇ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ ਸਰ, ਬਿਲਕੁਲ, ਕਿਉਂਕਿ ਜੇਕਰ ਆਪਾਂ ਮੇਨ ਕੁਝ ਮੰਗਾਂ ਦੀ ਗੱਲ ਕਰੀਏ, ਜਿਨ੍ਹਾਂ ਮੰਗਾਂ ਨੂੰ ਲੈ ਕੇ ਪਟਵਾਰ ਯੂਨੀਅਨ ਅੜੀ ਹੋਈ ਸੀ, ਪਟਵਾਰੀਆਂ ਦੀ ਯੂਨੀਅਨ ਇਹ ਅੜ ਚੁੱਕੀ ਸੀ, ਉਹ ਮੰਗਾਂ ਪੂਰੀਆਂ ਵੀ ਕਰ ਦਿੱਤੀਆਂ ਗਈਆਂ, ਲੇਕਿਨ ਸਰਕਾਰ ਸਮਝੌਤੇ ਦੇ ਮੂਡ ਵਿੱਚ ਹੜਤਾਲੀ ਪਟਵਾਰੀਆਂ ਦੇ ਨਾਲ ਨਹੀਂ, ਉਲਟਾ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਦਾ ਸੂਚਨਾ ਪਹੁੰਚੀ ਹੈ ਵੀ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਉਸ ਨੋਟੀਫਿਕੇਸ਼ਨ ਦੇ ਵਿੱਚ ਹੈ ਕੀ, ਕਿਉਂਕਿ ਹੜਤਾਲ ਨੂੰ ਬੇਅਸਰ ਕਰਨ ਦੇ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜੋ ਸਾਡੇ ਤੱਕ ਸੂਚਨਾ ਨਹੀਂ ਗਈਆਂ ਕਿ ਸੱਚਮੁੱਚ ਇਸ ਨੋਟੀਫਿਕੇਸ਼ਨ ਦੇ ਨਾਲ ਇਹ ਹੜਤਾਲ ਦੇ ਉੱਪਰ ਗਏ ਪਟਵਾਰੀਆਂ ਦੇ ਉੱਪਰ ਕੋਈ ਵੱਡਾ ਅਸਰ ਪੈਣ ਵਾਲਾ ਹੈ, ਹੜਤਾਲ ਦਾ ਅਸਰ ਘਟੇਗਾ, ਤੇ ਨੋਟੀਫਿਕੇਸ਼ਨ ਦੇ ਵਿੱਚ ਅਸਰ ਵਿੱਚ ਹੈ ਕੀ ਕੁਝ ਹੈ। ਹਾਂ ਬਿਲਕੁਲ ਮਾਨ ਸਾਹਿਬ, ਸਰਕਾਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਆਪਣੀ ਗੱਲ ਖਤਮ ਕੀਤੀ ਹੈ ਕਿ ਸਰਕਾਰ ਕਿਸੇ ਵੀ ਮੂਡ 'ਚ ਪਟਵਾਰ ਯੂਨੀਅਨ ਦੀ ਜਾਂ ਇਹਨਾਂ ਦੇ ਹੜਤਾਲ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੈ।
ਇੱਕ ਸਖਤੀ ਦਾ ਸੰਦੇਸ਼ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਹੁਣ ਪਤਾ ਲੱਗਾ ਕਿ ਜ਼ਿਲ੍ਹਿਆਂ ਦੇ ਡੀਸੀਆਂ ਵੱਲੋਂ ਜਿਹੜੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਪਿੰਡਾਂ ਦੇ ਨੰਬਰਦਾਰ ਤੇ ਪਿੰਡ ਦੇ ਸਰਪੰਚਾਂ ਨੂੰ ਜਿਹੜੇ ਕੁਝ ਤਸਦੀਕ ਕਰਨ ਦੇ ਅਧਿਕਾਰ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਕਿ ਮੰਨ ਲਓ ਕਿ ਕੁਝ ਸਰਟੀਫਿਕੇਟ ਤਸਦੀਕ ਕਰਾਉਣਾ ਤਾਂ ਉਸ ਸੰਬੰਧ ਦੇ ਵਿੱਚ ਪਟਵਾਰੀ ਜਿਹੜੇ ਹੜਤਾਲ ਦੇ ਗਏ ਨੇ ਤਾਂ ਪਟਵਾਰੀ ਉਸ ਮੁੱਦੇ ਦੇ ਉੱਤੇ ਜੇਕਰ ਕੋਈ ਪੱਲਾ ਨਹੀਂ ਫੜਾਉਂਦੇ ਕਿਉਂਕਿ ਸਟਾਈਕ ਤੇ ਗਏ ਕਿ ਉਹ ਕਹਿਣ ਕਿ ਆਪਾਂ ਨਹੀਂ ਕੰਮ ਕਰਨਾ, ਆਪਾਂ ਤਸਦੀਕ ਨਹੀਂ ਕਰਨਾ, ਤਾਂ ਫਿਰ ਉਸ ਸਭ ਕਾਸੇ ਦੇ ਵਿੱਚ ਇਹ ਅਧਿਕਾਰ ਜਾਂ ਇਹ ਸ਼ਕਤੀਆਂ ਜਿਹੜੀਆਂ ਨੇ ਸਕੂਲਾਂ ਦੇ ਪ੍ਰਿੰਸੀਪਲਾਂ, ਪਿੰਡਾਂ ਦੇ ਔਰ ਹੈਡਮਾਸਟਰਾਂ, ਪਿੰਡ ਦੇ ਨੰਬਰਦਾਰ ਔਰ ਪਿੰਡਾਂ ਦੇ ਸਰਪੰਚਾਂ ਨੂੰ ਇਹ ਸ਼ਕਤੀਆਂ ਜਿਹੜੀਆਂ ਦੇ ਦਿੱਤੀਆਂ ਗਈਆਂ ਨੇ। ਮਾਨ ਸਾਹਿਬ, ਕੁਦਰਤੀ ਤੌਰ ਤੇ ਇਸ ਨਾਲ ਫਰਕ ਜਿਹੜਾ ਉਹ ਜ਼ਰੂਰ ਪਏਗਾ ਕਿਉਂਕਿ ਜਿਹੜੀ ਖੱਜਲ ਖੁਆਰੀ ਜਿਸ ਕਰਕੇ ਜਿਹੜਾ ਕੋਈ ਕਹਿੰਦੇ ਸਰਟੀਫਿਕੇਟ ਕਰਾਉਣਾ ਜਾਂ ਕੋਈ ਹੋਰ ਫਰਦ ਦੀ ਜਾਂ ਸੰਬੰਧੀ ਜਾਣਕਾਰੀ, ਚਲੋ ਉਹ ਤਾਂ ਅੱਛਾ, ਨਾਲ ਹੀ ਇਹ ਵੀ ਦੱਸਦੀ ਹੈ ਕਿ ਜਿਹੜੇ ਹੋਰ ਤਹਿਸੀਲ ਦੇ ਵਿੱਚ ਜਿਹੜੇ ਦੂਜੇ ਕਰਮਚਾਰੀ ਨੇ ਉਹਨਾਂ ਨੂੰ ਵੀ ਇਹ ਅਧਿਕਾਰ ਦੇ ਦਿੱਤੇ ਗਏ ਕਿ ਪਟਵਾਰੀਆਂ ਦੇ ਜਿਹੜੇ ਕੰਮ ਨੇ, ਬਚੇ ਖੁਚੇ ਕੰਮ ਜਿਹੜੇ ਨੇ ਖਾਸ ਤੌਰ ਤੇ ਉਹ ਤੁਸੀਂ ਕਰੋਗੇ। ਭਾਵ ਕਿ ਪਟਵਾਰੀਆਂ ਨੂੰ ਸਰਕਾਰ ਜਿਹੜੀ ਇਸ ਵੇਲੇ ਬੜਾ ਸਖਤੀ ਦੇ ਨਾਲ ਉਹਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਤਿਆਰੀ ਵਿੱਚ ਹੈਗੀ ਆ ਕਿਉਂਕਿ ਪਟਵਾਰੀਆਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਕਿ ਰਿਕਾਰਡ ਹੈ ਨਹੀਂ ਹੈ, ਜੇ ਹੈ ਨਹੀਂ ਹੈ, ਉਹ ਹੈ ਨਹੀਂ, ਤੇ ਜਿਸ ਕਰਕੇ ਲੋਕ ਖੱਜਲ ਖੁਆਰ ਹੁੰਦੇ ਆ। ਹੁਣ ਜਦੋਂ ਉਹੋ ਹੀ ਅਧਿਕਾਰ ਤਹਿਸੀਲ ਦਫ਼ਤਰ ਦੇ ਬਾਕੀ ਕਰਮਚਾਰੀਆਂ ਨੂੰ ਦੇ ਦਿੱਤੇ ਗਏ ਨੇ, ਪਿੰਡਾਂ ਦੇ ਸ਼ਕਤੀਆਂ ਜਿਹੜੀਆਂ ਉਹ ਵੰਡ ਦਿੱਤੀਆਂ ਗਈਆਂ, ਤਾਂ ਇਹਦੇ ਵਿੱਚ ਜਿਹੜੀ ਪਟਵਾਰੀਆਂ ਦੀ ਹੜਤਾਲ ਆ ਉਹ ਜ਼ਰੂਰ ਬੇਅਸਰ ਹੁੰਦੀ ਨਜ਼ਰ ਜਿਹੜੀ ਆਏਗੀ। ਤੇ ਦੂਜੇ ਪਾਸੇ ਸਰਕਾਰ ਦਾ ਰਵੱਈਆ ਇਸ ਪ੍ਰਤੀ ਸਪਸ਼ਟ ਹੋ ਜਾਂਦਾ ਕਿ ਸਰਕਾਰ ਕਿਸੇ ਵੀ ਮੁੱਦੇ ਤੇ ਸਮਝੌਤਾ ਕਰਨ ਦੇ ਮੂਡ ਦੇ ਵਿੱਚ ਨਹੀਂ ਹੈਗੀ। ਦੇਖੋ ਮਾਨ ਸਾਹਿਬ, ਵੇਖੋ ਕੰਮ ਤਾਂ ਚਲਾਉਣਾ ਹੈ ਸਰਕਾਰ ਨੇ, ਉਹ ਫਿਰ ਸਰਕਾਰ ਹੀ ਕਾਹਦੀ ਕਿ ਜਿਹੜੀ ਫਿਰ ਗੱਲ ਤੇ ਝੁਕਣਾ ਸ਼ੁਰੂ ਕਰਤੇ। ਹਾਲਾਂਕਿ ਮਾਨ ਸਰਕਾਰ ਦਾ ਤਾਂ ਪਿਛਲੇ 1.5 ਸਾਲ ਦਾ ਤਜਰਬਾ ਉਹੀ ਰਿਹਾ ਕਿ ਸਰਕਾਰ ਪਹਿਲਾਂ ਐਲਾਨ ਕਰ ਦਿੰਦੀ ਆ, ਫਿਰ ਬੈਕਫੁੱਟ ਤੇ ਆ ਜਾਂਦੀ ਤੇ ਫਿਰ ਯੂਟਰਨ ਲੈ ਕੇ ਫਿਰ ਪੁਰਾਣੀਆਂ ਗੱਲਾਂ ਜਾਰੀ ਕਰ ਦਿੰਦੀ ਹੈ। ਸ਼ਾਇਦ ਇਹੋ ਹੀ ਕਾਰਨ ਆ ਕਿ ਸਰਕਾਰ ਇਸ ਵੇਲੇ ਪੂਰਨ ਤੌਰ ਤੇ ਸਖਤੀ ਦੇ ਰੌਂ ਦੇ ਵਿੱਚ ਹੈਗੀ ਹੈ ਕਿ ਹਾਂ ਵੀ ਠੀਕ ਹੱਕੀ ਮੰਗਾਂ ਅਸੀਂ ਜ਼ਰੂਰ ਮੰਗਾਂਗੇ, ਪਰ ਅਸੀਂ ਕਿਸੇ ਦੇ ਦਬਾਅ ਵਿੱਚ ਆ ਕੇ ਅਜਿਹਾ ਫੈਸਲਾ ਨਹੀਂ ਕਰਾਂਗੇ ਕਿ ਬਾਕੀਆਂ ਨੂੰ ਵੀ ਇਹ ਸਵਾਦ ਜਿਹੜਾ ਉਹ ਪੈ ਜਾਵੇ। ਤਾਂ ਇਹ ਸਭ ਕਾਸੇ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਸ਼ਕਤੀਆਂ ਪਟਵਾਰੀਆਂ ਦੇ ਕੰਮਾਂ ਦੀਆਂ ਇਸ ਅਲੱਗ ਵੰਡ ਦਿੱਤੀਆਂ ਗਈਆਂ ਨੇ ਤਾਂ ਕੁਦਰਤੀ ਤੌਰ ਤੇ ਹੜਤਾਲ ਤਾਂ ਫਿਰ ਬੇਅਸਰ ਹੁੰਦੀ ਨਜ਼ਰ ਆਉਂਦੀ ਆ ਕਿਉਂਕਿ ਜਦੋਂ ਕੰਮ ਲੋਕਾਂ ਦੇ ਹੋਣੇ ਠੀਕ ਆ, ਤੁਸੀਂ ਬੈਠੇ ਰਹੋ ਹੜਤਾਲ ਤੇ। ਦੂਜੇ ਪਾਸੇ 710 ਪਟਵਾਰੀ ਵੀ ਜਿਹੜੇ ਨਵੇਂ ਆ ਗਏ ਨੇ। ਇਹ ਵੀ ਪਤਾ ਲੱਗਾ ਸੀ ਕਿ ਜਿਹੜੇ 19 ਪਟਵਾਰੀ ਸੇਵਾ ਮੁਕਤ ਨੇ ਜਿਹਨਾਂ ਨੂੰ ਰੱਖਿਆ ਉਹ ਜਾ ਚੁੱਕੇ ਨੇ, ਪਰ ਡੀਸੀ ਕਹਿੰਦੇ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਈ। ਸੋ ਜੋ ਵੀ ਇਹ ਭੰਬਲ ਭੂਸੇ ਦੀ ਸਥਿਤੀ ਦੇ ਵਿੱਚ ਸਰਕਾਰ ਦਾ ਇਹ ਨਵਾਂ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ। ਸਰ, ਜਿਹੜੇ ਤੁਸੀਂ 19 ਪਟਵਾਰੀਆਂ ਦੀ ਗੱਲ ਕਰ ਰਹੇ ਹੋ, ਡੀਸੀ ਜਲੰਧਰ ਵਿਸ਼ੇਸ਼ ਤਰੰਗਲ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਉਹਨਾਂ ਤੱਕ ਕੋਈ ਅਸਤੀਫਾ ਨਹੀਂ ਪਹੁੰਚਿਆ, ਲੇਕਿਨ ਸ਼ਾਮ ਤੱਕ ਇਹਨਾਂ ਜੋ ਰਿਟਾਇਰਡ ਪਟਵਾਰੀ ਨੇ ਜਿਨ੍ਹਾਂ ਦੇ ਅਸਤੀਫੇ ਦੀ ਚਰਚਾ ਸੀ ਉਹਨਾਂ ਵੱਲੋਂ ਵੀ ਇੱਕ ਬਿਆਨ ਸਾਹਮਣੇ ਆਇਆ ਸੀ। ਉਹ ਕਹਿੰਦੇ ਵੀ ਇਹ ਇੱਕ ਪ੍ਰਕਿਰਿਆ ਹੈਗੀ, ਅਸਤੀਫੇ ਤਹਿਸੀਲਦਾਰਾਂ ਨੂੰ ਸੌਂਪੇ ਜਾਂਦੇ ਨੇ ਤੇ ਇੱਕ ਜੋ ਪ੍ਰੋਸੈਸ ਹੁੰਦਾ ਉਸ ਦੇ ਅਕੋਰਡਿੰਗ ਹੀ ਡੀਸੀ ਤੱਕ ਇਹ ਅਸਤੀਫੇ ਪਹੁੰਚਦੇ ਨੇ। ਉਹ ਕਹਿੰਦੇ ਅਸਤੀਫੇ ਬੜੀ ਜਲਦੀ ਡੀਸੀ ਤੱਕ ਪਹੁੰਚ ਜਾਣਗੇ। ਇਹਦਾ ਕੀ ਮਤਲਬ ਸਮਝੀਏ ਕਿ ਸੱਚਮੁੱਚ ਅਸਤੀਫੇ ਦੇ ਦਿੱਤੇ ਗਏ ਨੇ ਕਿ ਸੱਚਮੁੱਚ ਇਹ ਰਿਟਾਇਰਡ ਪਟਵਾਰੀ ਜਿਹੜੇ ਅੱਗੇ ਰੱਖੇ ਹੋਏ ਸੀ ਫਿਰ ਤੋਂ ਸ਼ਰਤਾਂ ਦੇ ਆਧਾਰ ਦੇ ਉੱਪਰ ਸਰਕਾਰ ਵੱਲੋਂ ਇਹਨਾਂ ਖਾਲੀ ਸਰਕਲਾਂ ਦੇ ਵਿੱਚ ਕੀ ਉਹਨਾਂ ਦੇ ਅਸਤੀਫੇ ਦੇ ਦਿੱਤੇ ਨੇ, ਕਿ ਉਹ ਰੈਗੂਲਰ ਜੋ ਪਟਵਾਰੀ ਚੱਲ ਰਹੇ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਨਾਲ ਖੜੇ ਨਜ਼ਰ ਆ ਰਹੇ ਨੇ, ਤੇ ਕੀ ਸਰਕਾਰ ਜਿਸ ਤਰੀਕੇ ਨਾਲ ਨਵੀਆਂ ਹੁਣ ਤਕਨੀਕ ਦੇ ਨਾਲ ਇਸ ਹੜਤਾਲ ਨੂੰ ਬੇਅਸਰ ਕਰਨ ਲਈ ਪੱਬਾਂ ਭਾਰ ਹੋਈ ਵੀ ਹੈ। ਇਹ ਸਾਰਾ ਕੁਝ ਮਾਮਲਾ ਬਣਦਾ ਕਿਵੇਂ ਨਜ਼ਰ ਆ ਰਿਹਾ ਤੇ ਇਹਦਾ ਸੋਲੂਸ਼ਨ ਕਿਵੇਂ ਨਿਕਲੇਗਾ? ਕਿਉਂਕਿ 19 ਪਟਵਾਰੀ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਕਿਹਾ ਕਿ ਨਹੀਂ ਹੜਤਾਲ ਤੇ ਗਏ, ਲੇਕਿਨ ਉਹਨਾਂ ਨੇ ਵੀ ਕਲੀਅਰ ਕਰਤਾ ਵੀ ਅਸਤੀਫੇ ਅਸੀਂ ਨੇ ਤਹਿਸੀਲਦਾਰਾਂ ਨੂੰ ਸੌਂਪ ਦਿੱਤੇ ਗਏ ਨੇ। ਕਿਵੇਂ ਦੇਖ ਰਹੇ ਹੋ ਪੂਰੇ ਇਸ ਮਾਮਲੇ ਨੂੰ? ਫਿਰ ਦੇਖੋ ਮਾਨ ਸਾਹਿਬ, ਜਦੋਂ ਇੱਕ ਜ਼ਿਲ੍ਹੇ ਦੇ ਵਿੱਚ ਕੋਈ ਇਦਾਂ ਦਾ ਘਟਨਾਕ੍ਰਮ ਵਾਪਰਦਾ ਤਾਂ ਕੁਦਰਤੀ ਤੌਰ ਤੇ ਜਿਹੜੇ ਯੂਨੀਅਨ ਵਾਲੇ ਹੋਣਗੇ ਉਹ ਆਪਣੇ ਨਾਲ ਇਸ ਗੱਲ ਨੂੰ ਦਰਸਾ ਕੇ ਜ਼ਰੂਰ ਯਤਨ ਕਰਨਗੇ ਕਿ ਸਾਡੇ ਨੂੰ ਜਿਹੜਾ ਹੰਗਾਰਾ ਆ ਉਹ ਮਿਲਦਾ ਪਿਆ। ਬਾਕੀ ਜਿਹੜੀ ਸਥਿਤੀ ਹੈ ਸਾਰੇ ਪੰਜਾਬ ਦੇ ਵਿੱਚੋਂ ਕਿਤੇ ਵੀ ਅਜਿਹੀ ਨਜ਼ਰ ਜਿਹੜੀ ਆ ਉਹ ਨਹੀਂ ਆਈ। ਇਹ ਜਲੰਧਰ ਦੇ ਸੰਬੰਧ ਦੇ ਵਿੱਚ ਹੀ ਨਜ਼ਰ ਜਿਹੜੀ ਆਈ ਆ। ਤਾਂ ਜਿਹਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਕਿ ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਵੀ ਕਿ ਅਸੀਂ ਅਸਤੀਫੇ ਦਿੱਤੇ ਤੇ ਜਲਦੀ ਉਹ ਡੀਸੀ ਦਫ਼ਤਰ ਤੱਕ ਪਹੁੰਚ ਜਾਣਗੇ। ਇਹ ਤਾਂ ਚਲੋ ਉਹਦੇ ਦਿਨਾਂ 'ਚ ਜਿਹੜੀ ਪ੍ਰਕਿਰਿਆ ਮਾਨ ਸਾਹਿਬ ਇਹ ਪਤਾ ਲੱਗ ਜਾਏਗੀ ਕਿ ਕੀ ਹੈ ਜਾਂ ਕੀ ਨਹੀਂ। ਪਰ ਜਿਸ ਸਥਿਤੀ ਦੇ ਨਾਲ ਹੁਣ ਦੋਵੇਂ ਧਿਰਾਂ ਆਪਸ ਦੇ ਵਿੱਚ ਟਕਰਾਓ ਦੇ ਮੂਡ ਦੇ ਵਿੱਚ ਨਹੀਂ, ਉਹਦੇ ਨਾਲ ਜਿਹੜਾ ਨਾ ਲੋਕਾਂ ਨੂੰ ਖੱਜਲ ਖੁਆਰੀ ਜਿਹੜੀ ਆ ਉਹ ਹੁੰਦੀ ਨਜ਼ਰ ਆਉਂਦੀ ਹੈ। ਤੇ ਸ਼ਾਇਦ ਲੋਕਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਕਰਕੇ ਹੀ ਸਰਕਾਰ ਵੱਲੋਂ ਜਿਹੜੇ 710 ਪਟਵਾਰੀ ਜਿਹੜੇ ਨਵੇਂ ਜਿਹੜੇ ਮੈਦਾਨ ਵਿੱਚ ਜਿਹੜੇ ਉਤਾਰ ਦਿੱਤੇ ਗਏ ਆ। ਬਾਕੀ ਮਾਨ ਸਾਹਿਬ, ਇੱਕ ਗੱਲ ਇਹ ਵੀ ਹੈਗੀ ਆ, ਇਹ ਜੋ ਹੜਤਾਲਾਂ ਜਿਹੜੇ ਬੰਦੇ ਜਿਹੜੇ ਸੇਵਾ ਮੁਕਤ, ਜਿਸ ਬੰਦੇ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ 25 ਜਾਂ 30,000 ਰੁਪਇਆ ਮਿਲਦਾ ਹੋਵੇ ਤਾਂ ਕੋਈ ਬੰਦਾ ਏਡੀ ਜਲਦੀ ਛੱਡਦਾ ਨਹੀਂ ਹੁੰਦਾ। ਕਿਉਂਕਿ ਇੱਕ ਪਾਸੇ ਤਾਂ ਪੈਨਸ਼ਨ ਮਹਿੰਗਾਈ ਦੇ ਯੁੱਗ ਦੇ ਵਿੱਚ ਮੈਨੂੰ ਪਤਾ ਕਿ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਤੇ ਜਿਹੜੇ ਸੇਵਾ ਮੁਕਤ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਜੇਕਰ ਸਰਕਾਰ ਇਹੋ ਜਿਹੀ ਸਹੂਲਤ ਦੇ ਰਹੀ ਆ
ਤੇ ਮੇਰਾ ਨਹੀਂ ਖਿਆਲ ਕਿ ਇਹਨਾਂ ਤੱਥਾਂ ਦੇ ਵਿੱਚ ਕੋਈ ਜ਼ਿਆਦਾ ਸੱਚਾਈ ਹੋਵੇ। ਬਾਕੀ ਭਰਾਤਰੀ ਭਾਵ ਅਲੱਗ ਤਰ੍ਹਾਂ ਦੇ ਹੁੰਦੇ ਨੇ, ਬਾਕੀ ਸਥਿਤੀ ਇੱਕ ਜ਼ਿਲ੍ਹੇ ਦੀ ਹੋ ਸਕਦੀ ਕਿ ਇਸ ਤਰੀਕੇ ਦਾ ਹੋਇਆ ਹੋਵੇ ਜਾਂ ਸ਼ਰਤਾਂ ਕੁਝ ਹੋਰ ਹੋਣ। ਪਰ ਜੇਕਰ ਅਸੀਂ ਇਹ ਗੱਲ ਕਹੀ ਕਿ ਸੇਵਾ ਮੁਕਤ ਪਟਵਾਰੀਆਂ ਨੇ ਇਸ ਪਟਵਾਰ ਯੂਨੀਅਨ ਦੇ ਹੱਕ ਵਿੱਚ ਆਣ ਕੇ ਅਸਤੀਫੇ ਦਿੱਤੇ ਨਹੀਂ, ਤਾਂ ਇਹ ਗੱਲ ਕੋਈ ਮੰਨਣ 'ਚ ਨਹੀਂ ਆਉਂਦੀ। ਕਿਉਂਕਿ ਮੈਂ ਤਾਂ ਤੁਹਾਨੂੰ ਪ੍ਰੋਗਰਾਮ 'ਚ ਪਹਿਲਾਂ ਹੀ ਸਟਾਰਟ ਤੇ ਇਹ ਗੱਲ ਕੀਤੀ ਕਿ ਇਸ ਹੜਤਾਲ ਨੂੰ ਲੈ ਕੇ ਇਸ ਵੇਲੇ ਜਿਹੜੀ ਯੂਨੀਅਨ ਆ ਉਹ ਵੀ ਦੋ ਪੱਖਾਂ ਦੇ ਵਿੱਚ ਵੰਡੀ ਹੋਈ ਨਜ਼ਰ ਜਿਹੜੀ ਆ ਰਹੀ ਹੈ, ਤੇ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਇਹਦੇ ਸੰਬੰਧੀ ਕੋਈ ਅਹਿਮ ਫੈਸਲਾ ਜਿਹੜਾ ਤੁਹਾਡੇ ਤੱਕ ਜਿਹੜਾ ਉਹ ਆ ਸਕਦਾ ਹੈ। ਬਾਕੀ ਜਿਹੜਾ ਉਹਨਾਂ ਦਾ 19 ਪਟਵਾਰੀਆਂ ਦਾ ਅਸਤੀਫਾ ਦੇਣਾ ਜਾਂ ਨਾ ਦੇਣਾ, ਉਹ ਤਾਂ ਸਥਿਤੀ ਹੁਣ ਉਹਨਾਂ ਨੇ ਆਪਣੇ ਵੱਲੋਂ ਤਾਂ ਸਪਸ਼ਟ ਕਰ ਹੀ ਦਿੱਤੀ ਆ। ਪਰ ਸਰਕਾਰ ਜਿਸ ਤਰੀਕੇ ਨਾਲ ਇਸ ਸਾਰੇ ਮੁੱਦੇ ਨੂੰ ਲੈ ਰਹੀ ਆ, ਉਹਦੇ ਅਨੁਸਾਰ ਤਾਂ ਇਹੋ ਹੀ ਆ ਕਿ ਸਰਕਾਰ ਕਿਸੇ ਵੀ ਮੂਡ ਦੇ ਵਿੱਚ ਪਟਵਾਰੀਆਂ ਦੇ ਅੱਗੇ ਝੁਕਣ ਨੂੰ ਤਿਆਰ ਜਿਹੜੀ ਆ ਉਹ ਨਹੀਂ ਹੈਗੀ। ਜੀ ਬਿਲਕੁਲ ਬਿਲਕੁਲ ਸਰ। ਤੇ ਇੱਕ ਬੜੀ ਅਹਿਮ ਖਬਰ ਆਪਾਂ ਉਹਦੇ ਨਾਲ ਵੀ ਥੋੜ੍ਹੇ ਜਿਹੇ ਰਾਬਤਾ ਕਾਇਮ ਕਰਾਂਗੇ ਸਾਡੇ ਦਰਸ਼ਕਾਂ ਦਾ, ਕਿਉਂਕਿ ਅੱਜ ਵਿਸ਼ਵ ਦੇ ਪੂਰੇ ਵਰਲਡ ਦੇ ਜੋ ਨੇਤਾਵਾਂ ਨੂੰ ਸਾਡੇ ਰਾਸ਼ਟਰਪਤੀ ਰਾਤਰੀ ਭੋਜ ਦੇ ਉੱਪਰ ਇਨਵਾਈਟ ਕੀਤਾ ਗਾ, ਜਿਹਦੇ ਵਿੱਚ ਸਾਰੇ ਮੁੱਖ ਮੰਤਰੀ ਹੋਣਗੇ, ਆਪਣੇ ਸਾਰੇ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਤੇ ਨਾਲ ਹੀ ਨਾਲ ਕੁਝ ਅਹਿਮ ਸ਼ਖਸੀਅਤਾਂ ਰਾਤਰੀ ਭੋਜ ਦੇ ਵਿੱਚ ਪਹੁੰਚ ਰਹੀਆਂ ਨੇ। ਲੇਕਿਨ ਇਸ ਦੇ ਵਿੱਚ ਵੀ ਇੱਕ ਬੀਜੇਪੀ ਨੇ ਰਣਨੀਤੀ ਅਪਣਾਈ ਹੈ। ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਦੇ ਗੱਠਜੋੜ ਨੂੰ ਤਾਰ ਪੀੜੋ ਕਰਨ ਦੇ ਲਈ ਮਲਿਕਾ ਅਰਜੁਨ ਖੜਗੇ ਨੂੰ, ਜਿਹੜੇ ਕਿ ਕੌਮੀ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ। ਲੇਕਿਨ ਇਸ ਜਿਹੜਾ ਰਾਤਰੀ ਭੋਜ ਆ ਉਹਦੇ ਵਿੱਚ ਵਿਰੋਧੀ ਦਲਾਂ ਦੇ ਗੱਠਜੋੜ ਨਾਲ ਸੰਬੰਧਿਤ ਬਹੁਤ ਸ਼ਖਸੀਅਤਾਂ ਨੂੰ, ਵਿੱਚ ਮੁੱਖ ਮੰਤਰੀ ਨੇ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਤੇ ਨਾਲ ਹੀ ਨਾਲ ਕਾਂਗਰਸ ਦੇ ਵੱਲੋਂ ਬਾਈਕਾਟ ਕੀਤਾ ਗਿਆ। ਜਿਹੜੇ ਕਾਂਗਰਸ ਸਟੇਟ ਨੇ, ਜਿੱਥੇ ਕਾਂਗਰਸ ਸਰਕਾਰ ਹੈ ਜੀ ਸਟੇਟਾਂ 'ਚ, ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ। ਲੇਕਿਨ ਬਹੁਤ ਮੁੱਖ ਮੰਤਰੀ ਨੇ, ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ ਤੇ ਨਾਲ ਭਗਵੰਤ ਮਾਨ ਸਪਸ਼ਟ ਕਰਦੇ ਨਜ਼ਰ ਆਏ ਨੇ ਵੀ ਉਹ ਰਾਤਰੀ ਭੋਜ 'ਚ ਪਹੁੰਚਣਗੇ। ਕਿਵੇਂ ਦੇਖ ਰਹੇ ਹੋ ਹੁਣ? ਕਿਉਂਕਿ ਇੱਕ ਪਾਸੇ ਜਿੱਥੇ ਬੀਜੇਪੀ ਨੂੰ ਪਿੱਛੇ ਕਰਨ ਦੇ ਲਈ, ਪਿੱਛੇ ਧੱਕਣ ਦੇ ਲਈ ਵਿਰੋਧੀ ਦਲਾਂ ਇਕੱਠੀਆਂ ਹੋਈਆਂ ਨੇ, ਬੀਜੇਪੀ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ, ਉੱਥੇ ਹੀ ਹੁਣ ਇਹ ਰਾਤਰੀ ਭੋਜ ਦੇ ਵਿੱਚ ਜਿਸ ਤਰੀਕੇ ਨਾਲ ਵੰਡੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਇਹ ਵੀ ਇੱਕ ਰਣਨੀਤੀ ਦਾ ਹਿੱਸਾ ਹੈਗਾ ਬੀਜੇਪੀ ਦਾ? ਦੇਖੋ ਮਾਨ ਸਾਹਿਬ, ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਖਬਰ ਆ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਜੇਕਰ ਰਾਸ਼ਟਰਪਤੀ ਵੱਲੋਂ ਦਿੱਤੇ ਜਾ ਰਹੇ ਰਾਤਰੀ ਭੋਜ ਵਿੱਚ G20 ਦੇ ਮੌਕੇ ਤੇ ਨਹੀਂ ਸੱਦਿਆ ਜਾਂਦਾ, ਤਾਂ ਇਸ ਪਿੱਛੇ ਰਣਨੀਤੀ ਕੀ ਹੋ ਸਕਦੀ ਹੈ? ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਹੈਗੀ। ਕਿਉਂਕਿ 60 ਜਿਸ ਤਰੀਕੇ ਨਾਲ ਰਾਹੁਲ ਗਾਂਧੀ ਹੋਣਾ ਦਾ ਵੀ ਇਸ ਸੰਦਰਭ 'ਚ ਬਿਆਨ ਆ ਗਿਆ ਕਿ 60% ਜਿਹੜੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਕਾਂਗਰਸ ਜਮਾਤ ਆ, ਜੇਕਰ ਉਸ ਦੇ ਕੌਮੀ ਪ੍ਰਧਾਨ ਨੂੰ ਤੁਸੀਂ ਨਹੀਂ ਸੱਦਦੇ ਤਾਂ ਫਿਰ ਇਸ ਦੇ ਅਰਥ ਕੀ ਲੈ ਜਾਓ? ਮਾਨ ਸਾਹਿਬ, ਅਗਰ ਇਹਨੂੰ ਥੋੜਾ ਜਿਹਾ ਜਿਹੜਾ ਸਵਾਲ ਆ ਇਹ ਬੜਾ, ਹਾਲਾਂਕਿ ਇਹ ਵੇਖਣ ਨੂੰ ਤਾਂ ਇੱਕ ਸਧਾਰਨ ਸਵਾਲ ਲੱਗਦਾ, ਪਰ ਜੇਕਰ ਇਸ ਦਾ ਵਿਸ਼ਲੇਸ਼ਣ ਕਰੋ ਤਾਂ ਇਸ ਦੀਆਂ ਤੰਦਾਂ ਜਿਹੜੀਆਂ ਨੇ ਬੜੀ ਦੂਰ ਤੱਕ ਜਾਂਦੀਆਂ ਤੇ ਭਾਜਪਾ ਦੀ ਉਸ ਰਣਨੀਤੀ ਨੂੰ ਪੇਸ਼ ਕਰਦੇ ਨੇ ਕਿ ਭਾਜਪਾ ਕਿਸ ਤਰੀਕੇ ਦੇ ਨਾਲ ਇਸ ਵੇਲੇ ਰਾਜਨੀਤੀ ਕਰ ਰਹੀ ਹੈ। ਇਸ ਵੇਲੇ ਅਗਰ ਵੇਖਿਆ ਜਾਵੇ ਤਾਂ ਮਾਨ ਸਾਹਿਬ, ਇੰਡੀਆ ਅਲਾਇੰਸ ਜਿਹੜਾ ਉਹ ਬਣ ਚੁੱਕਾ, ਔਰ ਇੰਡੀਆ ਅਲਾਇੰਸ ਦੇ ਮੁੱਖ ਕਰਤਾ ਧਰਤਾ ਜਿਹੜੇ ਨੇ ਮਾਨ ਸਾਹਿਬ, ਇਹਦੇ ਵਿੱਚ ਜਿਹੜੇ ਉਹ ਕਾਂਗਰਸ ਪਾਰਟੀ ਹੈਗੀ ਹੈ। ਮਲਿਕਾ ਅਰਜੁਨ ਖੜਗੇ ਇੱਕ ਕਿਸਮ ਦੇ ਉਹੀ ਆਪਣੇ ਆਪ ਨੂੰ ਕਨਵੀਨਰ ਅਖਵਾਉਂਦੇ ਨੇ, ਜਾਂ ਮੇਨ ਚਾਬੀ ਜਿਹੜੀ ਆ ਇਸ ਵੇਲੇ ਉਹਨਾਂ ਦੇ ਹੱਥਾਂ ਤੇ ਦੇਸ਼ ਦੇ ਵਿੱਚ ਭਾਜਪਾ ਤੋਂ ਬਾਅਦ ਦੂਜੀ ਵੱਡੀ ਜਿਹੜੀ ਪਾਰਟੀ ਹੈ ਉਹ ਕਾਂਗਰਸ ਹੈਗੀ ਹੈ। ਹੁਣ ਇਸ ਕਾਂਗਰਸ ਪਾਰਟੀ ਨੂੰ ਲੈ ਕੇ ਜਿਸ ਤਰੀਕੇ ਨਾਲ ਭਾਜਪਾ ਦਾ ਬੀਤੇ ਦੌਰ 'ਚ ਰਵੱਈਆ ਰਿਹਾ, ਤਾਂ ਉਹ ਤਾਂ ਸਪਸ਼ਟ ਆ ਕਿ ਕਾਂਗਰਸ ਤੋਂ ਮੁਕਤ ਭਾਰਤ ਨੂੰ ਉਹ ਦੇਸ਼ ਨੂੰ ਬਣਾਉਣਾ ਚਾਹੁੰਦੇ, ਜਿਸ ਤਰੀਕੇ ਨਾਲ ਕਹਿੰਦੇ ਕਿ ਅਸੀਂ ਕਾਂਗਰਸ ਮੁਕਤ ਦੇਸ਼ ਬਣਾਉਣਾ ਹੈਗਾ। ਤਾਂ ਇਸ ਸਭ ਕਾਸੇ ਦੇ ਵਿੱਚ ਤਾਂ ਸਭ ਤੋਂ ਪਹਿਲੀ ਰਣਨੀਤੀ ਇਹੋ ਹੀ ਆ ਕਿ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਆ ਤੇ ਰਾਜ ਸਭਾ ਦੇ ਵਿੱਚ ਵੀ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਬਿਲਕੁਲ ਸਾਈਡ ਜਿਹੜਾ ਉਹ ਕਰ ਦਿੱਤਾ, ਉਹਨਾਂ ਨੂੰ ਸੱਦੇ। ਦੂਸਰੇ ਪਾਸੇ ਮਾਨ ਸਾਹਿਬ, ਜੇਕਰ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਵੇਖੋ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਨਾਲ ਇੰਡੀਆ ਅਲਾਇੰਸ ਦੇ ਵਿੱਚ ਸੀਟਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਕੁਝ ਰੌਲਾ ਰੱਪਾ ਪੈ ਰਿਹਾ, ਚਾਹੇ ਉਹ ਪੰਜਾਬ ਹੋਵੇ ਤੇ ਚਾਹੇ ਉਹ ਪੱਛਮੀ ਬੰਗਾਲ ਹੋਵੇ, ਮਮਤਾ ਬੈਨਰਜੀ ਹੋਵੇ, ਤੇ ਚਾਹੇ ਉਹ ਦਿੱਲੀ ਹੋਵੇ। ਅੱਛਾ, ਇਹਨਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸਪੈਸ਼ਲ ਤੌਰ ਤੇ ਸੱਦਾ ਵੀ ਦਿੱਤਾ ਗਿਆ ਔਰ ਇਹਨਾਂ ਨੇ ਹਾਮੀ ਵੀ ਭਰੀ ਆ। ਭਗਵੰਤ ਮਾਨ ਹੋਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ, ਦੂਜੇ ਪਾਸੇ ਮਮਤਾ ਬੈਨਰਜੀ ਜਿਹੜੇ ਵੈਸਟ ਬੰਗਾਲ ਨੇ, ਉਹਨਾਂ ਨੇ ਸੱਦਿਆ ਤਾਂ ਉਹਨਾਂ ਨੇ ਹਾਮੀ ਵੀ ਭਰੀ ਕਿ ਹਾਂਜੀ ਬਿਲਕੁਲ ਅਸੀਂ ਇਸ ਸਮਾਗਮ ਦੇ ਵਿੱਚ ਜ਼ਰੂਰ ਸ਼ਾਮਲ ਹੋਵਾਂਗੇ। ਤੁਸੀਂ ਇਹ ਦੇਖੋ ਕਿ ਉਹਨਾਂ ਥਾਵਾਂ ਤੇ ਜਿੱਥੇ ਕਾਂਗਰਸ ਔਰ ਆਮ ਆਦਮੀ ਪਾਰਟੀ ਸੀਟਾਂ ਦੇ ਗੱਠਜੋੜ ਨੂੰ ਲੈ ਕੇ ਇਸ ਵੇਲੇ ਕਸ਼ਮਕਸ਼ ਜਿਹੜੀਆਂ ਚੱਲਦੀ ਪਈ ਆ, ਚਾਹੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦਾ ਵੀ ਕਾਂਗਰਸ ਦੇ ਨਾਲ ਇਸ ਮੁੱਦੇ ਤੇ ਜਿਹੜਾ ਪੰਗਾ ਜਿਹੜਾ ਉਹ ਪਿਆ, ਤਾਂ ਇਹਨਾਂ ਰਾਜਾਂ ਦੀਆਂ ਮੁੱਖ ਮੰਤਰੀਆਂ ਨੂੰ ਜੇਕਰ ਪਾਰਟੀਆਂ ਦੇ ਪ੍ਰਧਾਨਾਂ ਨੂੰ ਉਹ ਸੱਦਦੀ ਆ, ਮਤਲਬ ਕੇਂਦਰ ਵੱਲੋਂ ਰਾਤਰੀ ਭੋਜ 'ਚ ਸੱਦਾ ਦਿੱਤਾ ਜਾਂਦਾ ਤੇ ਉਹਨਾਂ ਵੱਲੋਂ ਹੰਗਾਰਾ ਭਰਿਆ ਜਾਂਦਾ,
ਤੇ ਫਿਰ ਸਾਫ਼ ਤੇ ਸਪਸ਼ਟ ਅਰਥ ਇਹੋ ਹੀ ਆ ਕਿ ਇੰਡੀਆ ਅਲਾਈਅੰਸ ਦੇ ਵਿੱਚੋਂ ਕਾਂਗਰਸ ਨੂੰ ਕਿਵੇਂ ਕਮਜ਼ੋਰ ਕਰਨਾ। ਪਹਿਲਾ ਪੱਖ ਤੇ ਇਹ ਹੈਗਾ ਕਿ ਇੱਕ ਕਿਸਮ ਦੀ ਕਮਜ਼ੋਰ ਕਰਨ ਦੀ ਪ੍ਰਕਿਰਿਆ। ਹੁਣ ਦੂਜਾ ਸਟੈਪ ਜਿਹੜਾ ਡਾਕਟਰ ਮਨਮੋਹਨ ਸਿੰਘ ਨੂੰ ਵੀ ਸੱਦ ਲਿਆ ਗਿਆ ਤੇ ਐਚ.ਡੀ. ਦੇਵਗੌੜਾ ਨੂੰ ਵੀ ਸੱਦ ਲਿਆ ਗਿਆ। ਹੁਣ ਡਾਕਟਰ ਮਨਮੋਹਨ ਸਿੰਘ ਹੁਣੀ ਕਾਂਗਰਸ ਦੇ ਜੇ ਉੱਥੇ ਮੁੱਖ ਮੰਤਰੀ ਮਾਫ ਦਾ ਪ੍ਰਧਾਨ ਮੰਤਰੀ 2 ਵਾਰੀ ਰਹੇ ਨੇ, ਪਰ ਜਿਸ ਤਰੀਕੇ ਨਾਲ ਡਾਕਟਰ ਮਨਮੋਹਨ ਸਿੰਘ ਦਾ ਹਾਲ ਰਾਹੁਲ ਗਾਂਧੀ ਵੱਲੋਂ ਕੀਤਾ ਜਾਂਦਾ ਰਿਹਾ ਉਹ ਵੀ ਸਾਰਿਆਂ ਤੋਂ ਸਪਸ਼ਟ ਆ। ਹੁਣ ਦੂਜੇ ਪਾਸੇ ਨਿਤੀਸ਼ ਕੁਮਾਰ ਹੋਣਾ ਦੀ ਗੱਲ ਕਰ ਲਓ। ਨਿਤੀਸ਼ ਕੁਮਾਰ ਹੋਣੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਰਾਣੇ ਦੋਸਤ ਨੇ, ਉਹਨਾਂ ਨੇ ਕਹਿਤਾ ਠੀਕ ਆ ਅਸੀਂ ਨਹੀਂ ਸ਼ਾਮਲ ਹੋਣਾ, ਉਹਨਾਂ ਨੇ ਬਾਈਕਾਟ ਜਿਹੜਾ ਉਹ ਕਰ ਦਿੱਤਾ। ਕਾਂਗਰਸ ਦੇ ਜਿਹੜੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰਾਂ ਨੇ, ਹੁਣ ਉਹਨਾਂ ਦੀ ਸਥਿਤੀ ਜਿਹੜੀ ਕੋਈ ਸਪਸ਼ਟ ਨਹੀਂ ਆ। ਉਹ ਜੇਕਰ ਉਹਨਾਂ ਦੇ ਪ੍ਰਧਾਨ ਨੂੰ ਨਹੀਂ ਸਾਦੇ ਤਾਂ ਮੁੱਖ ਮੰਤਰੀ ਪਤਾ ਨਹੀਂ ਜਾਣ ਕੇ ਨਾ ਜਾਣ। ਹਾਲਾਂਕਿ ਸੁਖਵਿੰਦਰ ਕੁਮਾਰ ਰਾਜੂ ਜਿਹੜੇ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਉਹ ਜਾ ਰਹੇ ਨੇ, ਉਹਨਾਂ ਵੱਲੋਂ ਵੀ ਖਬਰ ਆਈ। ਹੁਣ ਐਚ.ਡੀ. ਦੇਵਗੌੜਾ ਔਰ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਇਹ ਗੱਲ ਕਹਿਤੀ ਕਿ ਠੀਕ ਹੈ ਸੱਦਾ ਪ੍ਰਵਾਨ ਆ, ਪਰ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਵੀ ਬਾਈਕਾਟ ਕਰਨ ਦਾ ਸੱਦਾ ਦੇਣਾ ਉਹ ਦੇ ਦਿੱਤਾ। ਕਹਿਣ ਦਾ ਅਰਥ ਇਹ ਆ ਮਾਨ ਸਾਹਿਬ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਦੀ ਜਿਹੜੀ ਨਜ਼ਰ ਆ ਉਹ ਇੰਡੀਆ ਅਲਾਈਅੰਸ ਦੇ ਉੱਤੇ ਆ। ਇੰਡੀਆ ਅਲਾਈਅੰਸ ਨੂੰ ਕਿਸ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ, ਦੂਜਾ ਪੱਖ ਇਹ ਹੈਗਾ। ਔਰ ਇਹਦੇ ਵਿੱਚ ਸਭ ਤੋਂ ਵੱਡੀ ਧਿਰ ਜਿਹੜੀ ਆ ਕਾਂਗਰਸ ਪਾਰਟੀ, ਉਸ ਨੂੰ ਕਿਵੇਂ ਦਰਕਨਾਰ ਕਰਦਾ ਜਾਂ ਉਸ ਨੂੰ ਕਿਵੇਂ ਇਕੱਲਿਆਂ ਕਰਨਾ, ਇਹ ਇੱਕ ਵਿਸ਼ੇਸ਼ ਰਣਨੀਤੀ ਨਜ਼ਰ ਆ ਰਹੀ ਹੈ ਇਹ ਰਾਤਰੀ ਭੋਜ ਦੇ ਸੱਦਣ ਦੇ ਸੰਦਰਭ ਦੇ ਵਿੱਚ। ਤਾਂ ਸ਼ਾਇਦ ਇਹੋ ਹੀ ਕੁਝ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਆਮ ਤੌਰ ਤੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈਗੀ ਹੈ ਜਾਂ ਇਦਾਂ ਦੀ ਇਹ ਵੀ ਗੱਲਾਂ ਚੱਲਦੀਆਂ ਨੇ, ਪਰ ਜੋ ਵੀ ਹੈ ਅਗਰ ਐਜ਼ ਏ ਨਿਰਪੱਖ ਤੌਰ ਤੇ ਗੱਲ ਕਰੀਏ ਤਾਂ ਫਿਰ ਭਾਜਪਾ ਦੀ ਇਹ ਰਣਨੀਤੀ ਮਾਨ ਸਾਹਿਬ ਕਿਸੇ ਵੀ ਪੱਖ ਤੋਂ ਦਰੁਸਤ ਜਿਹੜੀ ਆ ਨਹੀਂ ਆਖੀ ਜਾ ਸਕਦੀ। ਮਲਕਾਰਜੁਨ ਖੜਗੇ ਕਾਂਗਰਸ ਦੇ ਪ੍ਰਧਾਨ ਨੇ, ਕੌਮੀ ਪ੍ਰਧਾਨ ਨੇ, ਵਿਰੋਧੀ ਧਿਰ ਦੇ ਉਹ ਨੇਤਾ ਨੇ, ਤਾਂ ਉਹਨਾਂ ਨੂੰ ਜਿਹੜਾ ਵਾਧਾ ਸਾਦਾ ਹਾਰਾ ਕਿ ਉਹਨਾਂ ਦੀ ਜਿਹੜੀ ਸਥਿਤੀ ਆ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਦੇ ਬਰਾਬਰ ਦੀ ਹੈ, ਪਰ ਇਸ ਦੇ ਬਾਵਜੂਦ ਵੀ ਜੇਕਰ ਐਨਡੀਏ ਜਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਹਨਾਂ ਸੱਦਾ ਪੱਤਰ ਨਹੀਂ ਦਿੱਤਾ ਜਾਂਦਾ ਤਾਂ ਫਿਰ ਇਹ ਭਾਜਪਾ ਦੀ ਜਿਹੜੀ ਤੰਗਦਿਲੀ ਦਾ ਪ੍ਰਮਾਣ ਜਿਹੜਾ ਉਹ ਪੇਸ਼ ਹੁੰਦਾ ਆ ਕਿ ਭਾਜਪਾ ਕਿਸ ਤਰੀਕੇ ਨਾਲ ਆਪਣੇ ਵਿਰੋਧੀਆਂ ਨੂੰ ਕੁਚਲਣ ਵਾਸਤੇ ਅਸੀਂ ਕਹਿ ਸਕਦੇ ਕਿ ਉਹਨਾਂ ਜਿਹੜੀਆਂ ਮਾਨ ਮਰਿਆਦਾਵਾਂ ਨੇ ਉਹਨਾਂ ਨੂੰ ਵੀ ਤਲਾਂਜਲੀ ਜਿਹੜੀ ਦੇ ਸਕਦੀ ਹੈ, ਜਿਸ ਦਾ ਪ੍ਰਮਾਣ ਜਿਹੜਾ ਇਸ ਸੰਦਰਭ ਵਿੱਚ ਸਾਹਮਣੇ ਆਉਂਦਾ। ਜੀ ਬਿਲਕੁਲ ਜੀ, ਬਿਲਕੁਲ। ਪਰ ਆਉਣ ਵਾਲੇ ਦਿਨਾਂ 'ਚ ਇਹ ਵੀ ਹੋ ਸਕਦਾ ਵੀ ਬੀਜੇਪੀ ਦਾ ਕੋਈ ਲੀਡਰ ਬਿਆਨ ਦੇ ਦੇ ਵੀ ਇਹ ਰਾਤਰੀ ਭੋਜ ਦੇ ਵਿੱਚ ਜਿਹੜਾ ਬੁਲਾਉਣਾ ਸੀ ਉਹ ਤਾਂ ਰਾਸ਼ਟਰਪਤੀ ਦਾ ਅਧਿਕਾਰ ਖੇਤਰ ਸੀ, ਸਾਡਾ ਉਸ ਦੇ ਵਿੱਚ ਕੋਈ ਵੀ ਜਾਂ ਕਹੀ ਸਾਡਾ ਕੋਈ ਪੱਖ ਨਹੀਂ ਸੀ, ਅਸੀਂ ਨੇ ਉਹ ਇਨਵਾਈਟ ਨਹੀਂ ਕਰਨਾ ਸੀ, ਸਾਡੀ ਕੋਈ ਰਣਨੀਤੀ ਦਾ ਹਿੱਸਾ ਨਹੀਂ ਹੈਗਾ। ਇਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਬਿਆਨ ਹੋ ਜਾਵੇ। ਲੇਕਿਨ ਇਸ ਦੇ ਉੱਪਰ ਚਰਚਾ ਆਉਣ ਵਾਲੇ ਦਿਨਾਂ 'ਚ ਜ਼ਰੂਰ ਹੋਏਗੀ, ਕਿਉਂਕਿ ਮੱਲਿਕਾ ਅਰਜੁਨ ਖੜਗੇ ਨੂੰ ਇਨਵਾਈਟ ਨਾ ਕਰਕੇ ਬਾਕੀ ਸਾਬਕਾ ਪ੍ਰਾਈਮ ਮਿਨਿਸਟਰ ਨੂੰ ਕਾਂਗਰਸ ਦੇ ਇਨਵਾਈਟ ਕੀਤਾ ਗਿਆ ਤੇ ਨਾਲ ਹੀ ਨਾਲ ਵਿਰੋਧੀ ਗੱਠਜੋੜ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ ਤੇ ਪਹੁੰਚਣ ਦੀ ਕੁਝ ਮੁੱਖ ਮੰਤਰੀ ਹਾਮੀ ਵੀ ਭਰਦੇ ਨਜ਼ਰ ਆਏ ਨੇ। ਆਉਣ ਵਾਲੇ ਦਿਨਾਂ ਵਿੱਚ ਚਰਚਾ ਜ਼ਰੂਰ ਇਸ ਮਾਮਲੇ ਦੇ ਉੱਪਰ ਹੋਣ ਵਾਲੀ ਹੈ। ਅਣਖੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।